ਇਹ ਦੱਸਿਓ ਜਿਹੜਾ ਪੰਜਾਬ ਦੀ ਸਰਕਾਰ ਨੇ ਜਿਹੜਾ ਸਪੈਸ਼ਲ ਸੈਸ਼ਨ ਸਮਨ ਕੀਤਾ ਸੀ ਬਜਟ ਸੈਸ਼ਨ, ਉਹਨੂੰ ਅੱਗੇ ਹਰੀ ਝੰਡੀ ਦੇਣ ਤੋਂ ਨਾ ਕਰ ਦਿੱਤੀ ਹੈ ਪੰਜਾਬ ਦੇ ਗਵਰਨਰ ਨੇ। ਕਹਿੰਦੇ ਪਹਿਲਾਂ ਲੀਗਲ ਐਡਵਾਈਸ ਲੈਣੀ ਪੈਣੀ ਆ। ਇਹਦਾ ਪੂਰਾ ਵੇਰਵਾ ਕੀ ਹੈ ਜੀ? ਦਰਅਸਲ ਵਿਜੇ ਜੀ, ਇਹ ਜਿਹੜੇ ਗਵਰਨਰਸ ਤੇ ਚੁਣੀਆਂ ਹੋਈਆਂ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਆ, ਉਹਨਾਂ ਦੇ ਨਾਲ ਜਿਹੜਾ ਖਾਸ ਤੌਰ ਤੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ, ਉਹਨਾਂ ਦੇ ਵਿੱਚ ਟਕਰਾਅ ਤੁਸੀਂ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਦੇਖੋਗੇ ਔਰ ਇਸੇ ਤਰ੍ਹਾਂ ਦਾ ਟਕਰਾਅ ਤੁਹਾਨੂੰ ਪੰਜਾਬ 'ਚ ਵੀ ਮਿਲੇਗਾ। ਹੁਣ ਤੁਸੀਂ ਦੇਖੋ, ਜਿਹੜੇ ਪੰਜਾਬ ਦੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ, ਇਹਨਾਂ ਨੇ 13 ਫਰਵਰੀ ਤੇ 14 ਫਰਵਰੀ ਨੂੰ ਇੱਕ ਚਿੱਠੀ ਲਿਖੀ ਸੀ ਭਗਵੰਤ ਮਾਨ ਨੂੰ ਔਰ ਉਹਨਾਂ ਤੋਂ ਪੁੱਛਿਆ ਸੀ ਕਿ ਜਿਹੜੇ ਤੁਸੀਂ 36 ਪ੍ਰਿੰਸੀਪਲਸ ਭੇਜੇ ਨੇ ਸਿੰਗਾਪੁਰ, 6 ਫਰਵਰੀ ਤੋਂ 10 ਫਰਵਰੀ ਤੱਕ ਟ੍ਰੇਨਿੰਗ ਤੇ ਭੇਜੇ ਨੇ, ਤੁਸੀਂ ਉਹਨਾਂ ਨੂੰ ਉਹਨਾਂ ਦੀ ਕਿਹੜੀਆਂ ਕੰਡੀਸ਼ਨ ਸੀ, ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਸੀ, ਕਿਹੜੇ ਮਾਪਦੰਡ ਸੀ, ਮੈਨੂੰ ਦੱਸੋ। ਪਹਿਲੀ ਗੱਲ। ਦੂਸਰਾ, ਉਹਨਾਂ ਨੇ ਕਿਹਾ ਕਿ ਜਿਹੜੇ ਕੁਲਦੀਪ ਸਿੰਘ ਚਾਹਲ ਜਿਹੜੇ SSP ਸੀ ਪਹਿਲਾਂ ਚੰਡੀਗੜ੍ਹ ਦੇ ਵਿੱਚ, ਉਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਪ੍ਰਮੋਟ ਕਰਕੇ ਜਲੰਧਰ ਦੇ ਵਿੱਚ ਲਾ ਦਿੱਤਾ। ਇਹ ਸਾਰੇ ਸਵਾਲ ਪੁੱਛ ਰਹੇ ਸੀ ਤੇ ਉਹਦਾ ਜਵਾਬ ਪਹਿਲਾਂ ਤਾਂ ਭਗਵੰਤ ਮਾਨ ਉਹਨਾਂ ਨੇ ਟਵੀਟ ਕੀਤਾ। ਟਵੀਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ, ਇਹ ਸਾਰੀਆਂ ਗੱਲਾਂ ਦਾ ਜਵਾਬ ਮੈਂ 3 ਕਰੋੜ ਪੰਜਾਬੀ ਜਿਨ੍ਹਾਂ ਨੇ ਮੈਨੂੰ ਚੁਣਿਆ, ਮੈਂ ਉਹਨਾਂ ਨੂੰ ਦੇਣਾ, ਤੁਹਾਨੂੰ ਨਹੀਂ ਦੇਣਾ। ਇਹ ਗੱਲ ਉਹਨਾਂ ਨੇ ਸਪਸ਼ਟ ਕੀਤੀ। ਔਰ ਉਸ ਤੋਂ ਬਾਅਦ ਵਿਜੇ ਜੀ ਉਹਨਾਂ ਨੇ ਚਿੱਠੀ ਲਿਖੀ। ਚਿੱਠੀ ਲਿਖ ਕੇ ਵੀ ਉਹਨਾਂ ਨੇ ਇਹੀ ਗੱਲ ਦੁਹਰਾਈ ਔਰ ਇੱਕ ਗੱਲ ਉਹਨਾਂ ਨੇ ਨਾਲ ਹੋਰ ਕਹਿਤੀ। ਭਗਵੰਤ ਮਾਨ ਨੇ ਇਹ ਗੱਲ ਕਹਿਤੀ ਕਿ ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਸਾਡੇ ਤੋਂ ਤਾਂ ਪੁੱਛ ਰਹੇ ਹੋ, ਤੁਸੀਂ ਦੱਸੋ ਕਿ ਜਿਹੜੇ ਗਵਰਨਰਸ ਨੇ ਉਹਨਾਂ ਦਾ ਕ੍ਰਾਈਟੇਰੀਆ ਕੀ ਆ, ਉਹਨਾਂ ਦੀ ਕੀ ਕੁਆਲੀਫਿਕੇਸ਼ਨ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਆ ਉਹ ਚੁਣਦੀ ਆ। ਜਦੋਂ ਇਹ ਗੱਲ ਹੋਈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਹੁਣ ਉਹਨਾਂ ਨੇ ਤਾਜ਼ਾ ਅੱਜ ਦੀ ਤਰੀਕ ਦੇ ਵਿੱਚ 23 ਫਰਵਰੀ ਨੂੰ ਤਾਜ਼ਾ ਤਰੀਨ ਚਿੱਠੀ ਲਿਖ ਕੇ ਭਗਵੰਤ ਮਾਨ ਨੂੰ ਕਿਹਾ, ਕਹਿੰਦੇ ਜਿਹੜੀ ਤੁਹਾਡੀ ਭਾਸ਼ਾ ਸੀ, ਤੁਸੀਂ ਜੋ ਕੁਝ ਲਿਖਿਆ, ਉਹ ਕਹਿੰਦੇ ਨਾ ਕੇਵਲ ਅਸੰਵਿਧਾਨਿਕ ਸੀ ਯਾਨੀ ਕਿ ਅਨਕਨਸਟੀਟਿਊਸ਼ਨਲ ਸੀ, ਬਲਕਿ ਡੈਰੋਗੇਟਰੀ ਸੀ। ਉਹ ਇੱਕ ਤਰ੍ਹਾਂ ਦੀ ਇਨਸਲਟਿੰਗ ਸੀ, ਜਿਹਦੇ ਨਾਲ ਸਾਡੀ ਕਿ ਇੱਕ ਤਰ੍ਹਾਂ ਦੀ ਮਾਨਹਾਨੀ ਹੋਈ ਆ। ਸੋ ਮੈਂ ਹੁਣ ਲੀਗਲ ਸਲਾਹ ਲਊਂਗਾ। ਲੀਗਲ ਸਲਾਹ ਲੈਣ ਤੋਂ ਬਾਅਦ ਦਰਅਸਲ ਹੋਇਆ ਇਹ ਵਿਜੇ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਹੁਣ ਕਿਉਂਕਿ ਬਜਟ ਸੈਸ਼ਨ ਆ ਗਿਆ, 3 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋਣਾ ਸੀ ਔਰ 10 ਮਾਰਚ ਨੂੰ ਪੰਜਾਬ ਦੀ ਸਰਕਾਰ ਨੇ ਬਜਟ ਪੇਸ਼ ਕਰਨਾ ਸੀ। ਉਸ ਤੋਂ ਪਹਿਲਾਂ ਇਹ ਚੀਜ਼ ਸਵਾਲ ਖੜਾ ਕਰ ਦੇਣਾ ਕਿ ਮੈਂ ਤਾਂ ਹੁਣ ਲੀਗਲ ਐਡਵਾਈਸ ਲਊਂਗਾ, ਮੈਂ ਕਾਨੂੰਨੀ ਸਲਾਹ ਲਊਂਗਾ, ਉਸ ਤੋਂ ਬਾਅਦ ਹੀ ਮੈਂ ਇਸ ਨੂੰ ਪ੍ਰਵਾਨਗੀ ਦਊਂਗਾ। ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਜੀਬ ਗੱਲ ਆ ਜਦੋਂ ਕਾਉਂਸਲ ਆਫ ਮਿਨਿਸਟਰਸ ਜਿਹੜੀ ਕਿ ਮੋਸਟ ਪਾਵਰਫੁਲ ਹੁੰਦੀ ਆ ਔਰ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਡਿਸੀਜਨ ਕਾਉਂਸਲ ਆਫ ਮਿਨਿਸਟਰ ਜਾਂ ਕੈਬਨਿਟ ਲੈ ਲੈਂਦੀ ਆ, ਉਹ ਇੱਕ ਤਰ੍ਹਾਂ ਦਾ ਜਿਹੜੇ ਗਵਰਨਰ ਹੁੰਦੇ ਨੇ ਉਹਨਾਂ ਤੇ ਬਾਈਂਡਿੰਗ ਹੁੰਦੀ ਆ, ਉਹਨਾਂ ਨੂੰ ਕਰਨਾ ਹੀ ਪੈਂਦਾ। ਪਰ ਇਸ ਦੇ ਬਾਵਜੂਦ ਹੁਣ ਤੁਸੀਂ ਦੇਖੋ ਉਹ ਸਵਾਲ ਖੜੇ ਕਰ ਰਹੇ ਨੇ ਕਿ ਮੈਂ ਲੀਗਲ ਸਲਾਹ ਲਊਂਗਾ। ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰ੍ਹਾਂ ਜਿਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਹੁੰਦਾ, ਪਹਿਲਾਂ ਕਿਸੇ ਟਾਈਮ ਵੈਸਟ ਬੰਗਾਲ 'ਚ ਹੁੰਦਾ ਸੀ, ਕੇਰਲ ਦੇ ਵਿੱਚ ਹੋ ਰਿਹਾ, ਤੁਹਾਨੂੰ ਤਮਿਲਨਾਡੂ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਔਰ ਤਾਜ਼ਾ ਤਰੀਨ ਇਹਦੀ ਉਦਾਹਰਨ ਦਿੱਲੀ ਵੀ ਆ। ਇਸੇ ਤਰ੍ਹਾਂ ਦਾ ਟਕਰਾਅ ਇੱਥੇ ਪੈਦਾ ਕੀਤਾ ਜਾ ਰਿਹਾ। ਹੁਣ ਦੇਖਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਇਸ ਉੱਤੇ ਆਪਣਾ ਕੀ ਰਿਐਕਸ਼ਨ ਦਿੰਦੇ ਨੇ ਜਾਂ ਰਿਸਪੌਂਡ ਕਿੱਦਾਂ ਕਰਦੇ ਨੇ। ਜੀ ਵਿਜੇ ਜੀ, ਕਿਉਂਕਿ ਇੰਟਰਸਟਿੰਗ ਗੱਲ ਇਹ ਹੈ ਜੀ ਕਿ ਜਿਵੇਂ ਗਵਰਨਰਸ ਹੋਏ ਕਿ ਉਹ ਨੋਮੀਨਲ ਹੈਡਸ ਹੀ ਹੋਇਆ ਕਰਦੇ ਨੇ। ਜਿਹੜੀ ਉਹਨਾਂ ਦੀ ਪਾਵਰ ਹੁੰਦੀ ਆ ਉਹ ਇੱਕ ਨੋਮੀਨਲ ਸ਼ਕਲ ਦੇ ਵਿੱਚ ਹੁੰਦੀ ਆ, ਪਰ ਉਹਨੂੰ ਇਸ ਤਰ੍ਹਾਂ ਪਾਵਰ ਨੂੰ ਵੀਲਡ ਕਰਨਾ ਗਵਰਨਰ ਵੱਲੋਂ ਇਸ ਤਰ੍ਹਾਂ ਦੇ ਅੜਿੱਕੇ ਪਾਏ ਜਾਣੇ, ਇਹ ਤਾਂ ਹੁਣ ਸਿੱਧੇ ਤੌਰ ਤੇ ਇੰਝ ਲੱਗਣ ਲੱਗ ਪਿਆ ਕਿ ਚਲੋ ਪੋਲੀਟਿਕਸ ਤੇ ਵੱਖੋ ਵੱਖਰੀ ਵਿਰੋਧੀ ਧਿਰਾਂ ਦੇ ਜਦੋਂ ਨੁਮਾਇੰਦੇ ਹੋਣਗੇ ਕਿ ਸੂਬੇ ਦੇ ਵਿੱਚ ਸਰਕਾਰ ਹੋਰ ਪਾਰਟੀ ਦੀ ਆ, ਗਵਰਨਰ ਦੂਜੀ ਪਾਰਟੀ ਦੇ ਨਿਯੁਕਤ ਨੇ, ਪੋਲੀਟੀਕਲ ਖਿੱਚੋਤਾਣ ਤੇ ਚਲੋ ਜੇ ਚੱਲਦੀ ਰਵੇ, ਉਹ ਚੱਲਦੀ ਰਹਿੰਦੀ ਵੀ ਆ, ਨਾ ਹੀ ਹੋਵੇ ਤਾਂ ਚੰਗੀ ਗੱਲ ਆ, ਪਰ ਚਲੋ ਉਹ ਬੰਦਾ ਫਿਰ ਵੀ ਸਮਝ ਸਕਦਾ। ਇੱਥੇ ਤੇ ਬੈਟਲ ਆਫ ਈਗੋਜ਼ ਹੋ ਰਹੀ ਪ੍ਰਤੀਤ ਹੁੰਦੀ ਹੈ ਜੀ। ਬਿਲਕੁਲ ਵਿਜੇ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਤੁਸੀਂ ਦੇਖੋ, ਜੇ ਤੁਸੀਂ ਕੈਨੇਡਾ ਦੇ ਵਿੱਚ ਦੇਖੋ, ਜਿਹੜੇ ਗਵਰਨਰ ਜਨਰਲ ਨੇ ਫੈਡਰਲ ਲੈਵਲ ਤੇ ਜਾਂ ਜਿਹੜੇ ਲੈਫਟੀਨੈਂਟ ਗਵਰਨਰਸ ਦੇ ਨੇ ਪ੍ਰੋਵਿੰਸ਼ੀਅਲ ਲੈਵਲ ਤੇ, ਉਹ ਜਿਸ ਤਰ੍ਹਾਂ ਹੁੰਦੀ ਆ, ਉਹਨਾਂ ਨੂੰ ਸਪੀਚਸ ਜਿਹੜੀਆਂ ਥਰੋਨ ਸਪੀਚਸ ਹੁੰਦੀਆਂ ਨੇ ਜਾਂ ਜੋ ਵੀ ਹੁੰਦਾ, ਜੋ ਕੁਝ ਸਰਕਾਰ ਚੁਣੀ ਹੋਈ ਲਿਖ ਕੇ ਦਿੰਦੀ ਆ, ਉਹਨਾਂ ਨੇ ਉਹ ਬੋਲਣਾ ਹੁੰਦਾ। ਇੱਥੇ ਤਾਂ ਹੁਣ ਭਾਰਤ ਦੇ ਵਿੱਚ ਜਿਹੜਾ ਵੈਸਟਮਿਨਿਸਟਰ ਸਿਸਟਮ ਆ ਸਾਡਾ, ਉੱਥੇ ਉਹਨਾਂ ਨੇ ਈਵਨ ਕਿ ਸਪੀਚਸ ਬੋਲਣੀਆਂ ਰਿਫਿਊਜ਼ ਕਰਨ ਲੱਗ ਗਏ ਨੇ। ਜਦੋਂ ਇਸ ਤਰ੍ਹਾਂ ਦਾ ਇੱਕ ਸੰਵਿਧਾਨਿਕ ਸੰਕਟ ਬਣ ਜੇ ਤੇ ਫਿਰ ਕਈ ਵਾਰੀ ਇਹ ਵੀ ਸਵਾਲ ਪੈਦਾ ਹੁੰਦੇ ਨੇ ਕਿ ਕੀ ਹੁਣ ਭਾਰਤ ਦੇ ਵਿੱਚ ਗਵਰਨੈਂਸ ਦੀ ਲੋੜ ਆ, ਕੀ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਪਹਿਲ ਦਿੰਦੇ ਨੇ ਜਾਂ ਉਹਨਾਂ ਨੂੰ ਗਵਰਨਰਸ ਨੂੰ। ਕਿਉਂਕਿ ਇਹ ਗੱਲ ਹੁਣ ਤੁਸੀਂ ਦਿੱਲੀ ਦੇ ਵਿੱਚ ਵੀ ਦੇਖੋਗੇ, ਲਗਾਤਾਰ ਜਿਸ ਤਰ੍ਹਾਂ ਲੈਫਟੀਨੈਂਟ ਗਵਰਨਰ ਦਿੱਲੀ ਦੀ ਸਰਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਲਗਾਤਾਰ ਕਈ ਤਰ੍ਹਾਂ ਦੀਆਂ ਅੜਚਨਾਂ ਪੈਦਾ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਮਹਿਸੂਸ ਕੀਤੀਆਂ ਜਾ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵੀ ਵਿਰੋਧੀ ਸਰਕਾਰ ਆ, ਮਮਤਾ ਬੈਨਰਜੀ ਨੂੰ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਪਿਆ ਜਦੋਂ ਇੱਥੇ ਜਗਦੀਪ ਧਨਕਰ ਲਗਾਤਾਰ ਉਹਨਾਂ ਲਈ ਅੜਚਨਾਂ ਖੜੀਆਂ ਕਰ ਰਹੇ ਸੀ। ਖੈਰ ਉਹਨਾਂ ਨੂੰ ਇਨਾਮ ਮਿਲਿਆ,
ਅੱਜ ਉਹ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਨੇ। ਜੀ ਵਿਜੇ ਜੀ। ਜੀ ਇੱਕ ਇਹ ਦੱਸਿਓ ਮਨਪ੍ਰੀਤ ਜੀ ਕਿ ਅਜਨਾਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਵਿਚਕਾਰ ਝੜਪ ਹੋਈ ਹੈ ਜੀ। ਬਿਲਕੁਲ, ਤੁਸੀਂ ਦੇਖੋ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਇਹ ਜਿਹੜੇ ਆ ਸੰਗਠਨ ਆ ਇਹ ਚਲਾਉਂਦੇ ਨੇ, ਇਹਨਾਂ ਨੂੰ ਰੈਡੀਕਲ ਮੰਨਿਆ ਜਾਂਦਾ ਹੈ ਔਰ ਅਕਸਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਆ ਇਹ। ਜਦੋਂ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਗੁਰੂ ਘਰਾਂ ਦੇ ਵਿੱਚ ਤੋੜ ਭੰਨ ਕੀਤੀ ਸੀ, ਉੱਥੇ ਕਿਹਾ ਸੀ ਕਿ ਲੋਕ ਜਿਹੜੇ ਸੋਫਿਆਂ ਤੇ ਬੈਠਦੇ ਨੇ, ਉਹ ਕਪੂਰਥਲੇ ਇਨਸੀਡੈਂਟ ਹੁੰਦਾ, ਉਸ ਤੋਂ ਬਾਅਦ ਜਲੰਧਰ ਵਿੱਚ ਵੀ ਹੁੰਦਾ। ਇਹ ਜਿਹੜੀ ਤਾਜ਼ਾ ਤਰੀਨ ਘਟਨਾ ਹੈ ਇਹ ਅਜਨਾਲੇ ਦੇ ਵਿੱਚ ਵਾਪਰਦੀ ਆ। ਥੋੜੇ ਦਿਨ ਪਹਿਲਾਂ ਮੈਂ ਇਹਦਾ ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਦੱਸਦਾ ਜੀ। ਵਰਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਕੀਤੀ। ਉਹਨਾਂ ਨੇ ਕੁਝ ਇਹਨਾਂ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਜੋ ਇਹਨਾਂ ਨੂੰ ਪਸੰਦ ਨਹੀਂ ਆਏ ਔਰ ਇਹਨਾਂ ਦੇ ਵਿਅਕਤੀਆਂ ਨੇ ਜੋ ਪੁਲਿਸ ਦਾ ਕਹਿਣਾ ਜੋ FIR ਦਰਜ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਉਸ ਵਰਿੰਦਰ ਸਿੰਘ ਨੂੰ ਕਥਿਤ ਤੌਰ ਤੇ ਕਿਡਨੈਪ ਕੀਤਾ, ਉਹਦੀ ਕੁੱਟਮਾਰ ਕੀਤੀ ਔਰ ਲਵਪ੍ਰੀਤ ਸਿੰਘ ਉਰਫ ਤੂਫਾਨ ਸਿੰਘ ਵੀ ਕਹਿ ਦਿੰਦੇ ਨੇ, ਉਹ ਪਤਾ ਖਾਸ ਵਿਅਕਤੀ ਆ ਅੰਮ੍ਰਿਤਪਾਲ ਸਿੰਘ ਦਾ, ਉਹਨਾਂ ਦਾ ਬੜਾ ਕਰੀਬੀ ਆ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬੁੱਧਵਾਰ ਨੂੰ, ਬੀਤੇ ਬੁੱਧਵਾਰ ਦੀ ਮੈਂ ਗੱਲ ਕਰ ਰਿਹਾ ਭਾਰਤੀ ਸਮੇਂ ਦੇ ਅਨੁਸਾਰ। ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਗੱਲ ਫੇਰ ਅੰਮ੍ਰਿਤਪਾਲ ਸਿੰਘ ਨੂੰ ਚੰਗੀ ਨਹੀਂ ਲੱਗੀ ਤੇ ਉਹ ਉੱਥੇ ਜਾ ਕੇ ਆਪਣੇ ਸਮਰਥਕਾਂ ਨਾਲ ਬੜੀ ਭਾਰੀ ਗਿਣਤੀ ਦੇ ਵਿੱਚ ਅਜਨਾਲੇ ਪੁਲਿਸ ਸਟੇਸ਼ਨ ਉੱਥੇ ਪਹੁੰਚ ਕੇ ਹਥਿਆਰਾਂ ਦੇ ਨਾਲ ਲੈਸ ਸੀ, ਉੱਥੇ ਤਲਵਾਰਾਂ ਲੈ ਕੇ ਜਾਂ ਹਥਿਆਰ ਲੈ ਕੇ ਉੱਥੇ ਪਹੁੰਚ ਕੇ ਇਹਨਾਂ ਨੇ ਘਿਰਾਓ ਕੀਤਾ। ਈਵਨ ਕਿ ਥਾਣੇ ਦੇ ਅੰਦਰ ਬੈਰੀਕੇਡਿੰਗ ਜਿਹੜੀ ਸੀ ਉਹ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਔਰ ਆਪਸੀ ਝੜਪ ਦੇ ਵਿੱਚ ਕਈ ਪੁਲਿਸ ਵਾਲੇ ਜਾਂ ਇਹਨਾਂ ਦੇ ਵੀ ਸਮਰਥਕ ਜਿਹੜੇ ਸੀ ਉਹਨਾਂ ਦੇ ਸੱਟਾਂ ਵੀ ਵੱਜੀਆਂ, ਕੁਝ ਲੋਕ ਜ਼ਖਮੀ ਵੀ ਹੋਏ ਆ, ਇਹ ਖਬਰਾਂ ਵੀ ਆ ਰਹੀਆਂ ਨੇ। ਉੱਥੇ ਆਖਿਰਕਾਰ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਉਹ ਵੀ ਪਹੁੰਚੇ ਨੇ, ਜਸਕਰਨ ਸਿੰਘ ਨੇ ਪੁਲਿਸ ਕਮਿਸ਼ਨਰ ਉਹ ਪਹੁੰਚੇ ਨੇ, ਤਰਨਤਾਰਨ ਦੇ SSP ਨੇ ਸਤਿੰਦਰ ਸਿੰਘ ਉਹ ਪਹੁੰਚੇ ਨੇ ਔਰ ਇੱਕ SIT ਬਣਾਉਣ ਦਾ ਹੁਣ ਇਹਨਾਂ ਨੇ ਫੈਸਲਾ ਕੀਤਾ SP ਤੇਜਵੀਰ ਸਿੰਘ ਹੁੰਦਲ ਉਹਨਾਂ ਦੀ ਅਗਵਾਈ ਦੇ ਵਿੱਚ। ਔਰ ਇਹ ਵੀ ਕਿਹਾ ਉੱਥੋਂ ਦੀ ਪੁਲਿਸ ਨੇ ਕਿ ਅਸੀਂ ਹੁਣ ਜਿਹੜੇ ਇਹ ਲਵਪ੍ਰੀਤ ਸਿੰਘ ਉਰਫ ਤੂਫਾਨ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਵੀ ਅਸੀਂ ਛੱਡ ਦਿਆਂਗੇ, ਇਸ ਤਰ੍ਹਾਂ ਦਾ ਭਰੋਸਾ ਦਿੱਤਾ। ਪਰ ਦੂਸਰੀ ਗੱਲ ਵਿਜੇ ਜੀ ਇਹ ਆਉਂਦੀ ਆ ਕਿ ਜੇ ਤੁਸੀਂ ਇਸ ਤਰ੍ਹਾਂ ਪੁਲਿਸ ਸਟੇਸ਼ਨ ਤੇ ਅਟੈਕ ਕਰਕੇ ਉੱਥੋਂ ਆਪਣੇ ਬੰਦੇ ਛਡਾਉਣ ਲੱਗ ਜਾਓਗੇ ਔਰ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਪ੍ਰਕਿਰਿਆ ਦਾ ਕੋਈ ਸਾਹਮਣਾ ਨਹੀਂ ਕਰੋਗੇ, ਆਖਿਰਕਾਰ ਇੱਕ ਪ੍ਰੋਸੈਸ ਹੁੰਦਾ, ਤੁਹਾਨੂੰ ਜੁਡੀਸ਼ੀਅਲ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਉਸ ਤੋਂ ਬਾਅਦ FIRs ਕੈਂਸਲ ਹੁੰਦੀਆਂ ਨੇ ਕਿਉਂਕਿ ਇਹ ਜਿਹੜਾ ਲਵਪ੍ਰੀਤ ਹੈ ਇਸ ਟਾਈਮ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ। ਖੈਰ ਪੁਲਿਸ ਨੇ ਇਹ ਸਾਰਾ ਰਵੱਈਆ ਦੇਖ ਕੇ, ਪਰ ਮੈਂ ਇੱਥੇ ਗੱਲ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਇੱਕ ਕੰਟਰੋਵਰਸੀ ਹੋਰ ਹੋ ਗਈ ਸੀ ਵਿਵਾਦਾਂ ਦੇ ਵਿੱਚ, ਜਦੋਂ ਇਹਨਾਂ ਨੇ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਵੀ ਇੱਕ ਬਿਆਨ ਦੇ ਦਿੱਤਾ ਸੀ। ਉਹਦੇ ਵਿੱਚ ਕਿਹਾ ਸੀ ਕਿ ਦੇਖੋ ਜੀ ਇਹਨਾਂ ਦੇ ਨਾਲ ਉਹੀ ਹਸ਼ਰ ਹੋਏਗਾ ਜਦੋਂ ਜਿਹੜਾ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਨਾਲ ਹੋਇਆ ਸੀ। ਬਾਅਦ ਦੇ ਵਿੱਚ ਇਹ ਕਹਿੰਦੇ ਕਿ ਦੇਖੋ ਜੀ ਮੈਨੂੰ ਧਮਕੀਆਂ ਮਿਲ ਰਹੀਆਂ ਨੇ, ਮੈਨੂੰ ਏਜੰਸੀਜ਼ ਮਰਾਉਣਾ ਚਾਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਇਹਨਾਂ ਨੇ ਕੀਤੀਆਂ। ਬਾਅਦ ਦੇ ਵਿੱਚ ਯੂ ਟਰਨ ਵੀ ਲੈ ਗਏ ਸੀ। ਸੋ ਕਹਿਣ ਦਾ ਭਾਵ ਆ ਕਿ ਕਾਫੀ ਵਿਵਾਦਾਂ ਦੇ ਵਿੱਚ ਆ ਔਰ ਇਹਨਾਂ ਦੇ ਸਮਰਥਕ ਵੀ ਹੈ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ। ਪਰ ਇੱਕ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਆ, ਅਮਨ ਤੇ ਕਾਨੂੰਨ ਦੀ ਸਿਚੁਏਸ਼ਨ ਆ, ਉਹ ਪੰਜਾਬ ਦੇ ਵਿੱਚ ਜ਼ਰੂਰ ਉਤਪੰਨ ਹੋ ਰਹੀ ਹੈ। ਜੀ ਵਿਜੇ ਜੀ। ਜੀ ਅੱਛਾ, ਮੋਹਾਲੀ ਦੇ ਵਿੱਚ 2 ਦਿਨਾਂ ਦਾ ਇੱਕ ਪੰਜਾਬ ਇਨਵੈਸਟਰਜ਼ ਸਮਿਟ ਸ਼ੁਰੂ ਹੋਇਆ ਜੀ, ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਇਸ ਸਮਿਟ ਦੇ ਵਿੱਚੋਂ? ਦਰਅਸਲ ਆਪਾਂ ਨੂੰ ਪਤਾ ਹੀ ਹੈ ਵਿਜੇ ਜੀ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ ਜਿਹੜੀ ਇਕਨੋਮੀ ਆ ਉਹ ਐਗਰੀਕਲਚਰ ਬੇਸਡ ਆ, ਵੈਸੇ ਤਾਂ ਪੂਰਾ ਭਾਰਤ ਹੀ ਆ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੱਗਣੀ ਬਹੁਤ ਲਾਜ਼ਮੀ ਹੈ, ਇੱਥੇ ਇਨਵੈਸਟਮੈਂਟ ਹੋਣੀ ਵੀ ਲਾਜ਼ਮੀ ਹੈ ਤਾਂ ਕਿ ਇੱਥੇ ਰੋਜ਼ਗਾਰ ਪੈਦਾ ਹੋ ਸਕੇ, ਇੱਥੇ ਇੰਪਲੋਇਮੈਂਟ ਜਨਰੇਟ ਹੋ ਸਕੇ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ 2 ਦਿਨਾਂ ਦੀ ਇੱਕ ਪੰਜਾਬ ਇਨਵੈਸਟਰਸ ਸਮਿਟ ਸ਼ੁਰੂ ਕੀਤੀ ਆ, ਜਿਹਦੇ ਵਿੱਚ ਇਹਨਾਂ ਨੂੰ ਉਮੀਦ ਹੈ ਕਿ ਅਸੀਂ ਇਨਵੈਸਟਮੈਂਟਸ ਅਟਰੈਕਟ ਕਰ ਸਕਦੇ ਹਾਂ। ਤੁਹਾਨੂੰ ਯਾਦ ਹੋਣਾ ਵਿਜੇ ਜੀ, ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਚੇਨਈ ਦੌਰਾ ਕੀਤਾ ਸੀ, ਹੈਦਰਾਬਾਦ ਵੀ ਗਏ ਸੀ, ਇਸੇ ਤਰ੍ਹਾਂ ਉਹ ਹੋਰ ਵੀ ਜਰਮਨੀ ਵੀ ਗਏ ਸੀ, ਫਰੈਂਕਫਰਟ ਗਏ ਸੀ, ਕੋਸ਼ਿਸ਼ ਕੀਤੀ ਇਹਨਾਂ ਨੇ ਮੁੰਬਈ ਵੀ ਜਾ ਕੇ ਆਏ ਨੇ ਤਾਂ ਕਿ ਉੱਥੇ ਇਨਵੈਸਟਮੈਂਟਸ ਹੋਣ। ਪਰ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਇਹ ਘਟਨਾਵਾਂ ਵੀ ਵਾਪਰੀਆਂ ਜਦੋਂ ਇੱਥੇ ਜ਼ੀਰਾ ਫੈਕਟਰੀ ਜਿਹੜੀ ਇੱਕ ਲਿਕਰ ਡਿਸਟਿਲਰੀ ਸੀ ਉੱਥੇ ਧਰਨੇ ਪ੍ਰਦਰਸ਼ਨ ਲੱਗੇ ਔਰ ਇੰਡਸਟਰੀਅਲਿਸਟ ਦੇ ਮਨਾਂ ਦੇ ਵਿੱਚ ਜਿਹੜੇ ਬਿਜ਼ਨਸ ਚਲਾਉਂਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਖਦਸ਼ੇ ਉਤਪੰਨ ਹੋਏ ਜਾਂ ਐਪਰੀਹੈਂਸ਼ਨਸ ਹੋਈਆਂ ਕਿ ਕੀ ਪੰਜਾਬ ਇਹ ਸਾਰੀਆਂ ਗੱਲਾਂ ਕਿਉਂਕਿ ਜੋ ਹੋ ਰਿਹਾ ਉਹਦੇ ਕਰਕੇ ਅਸੀਂ ਬਿਜ਼ਨਸ ਚਲਾ ਸਕਾਂਗੇ। ਸੋ ਹੁਣ ਭਰੋਸਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇੱਥੇ ਟੈਕਸਟਾਈਲ ਇੰਡਸਟਰੀ, ਹੈਲਥ ਕੇਅਰ, ਐਜੂਕੇਸ਼ਨ, ਟੂਰਿਜ਼ਮ, IT ਇੰਡਸਟਰੀ, ਇਨਫੋਰਮੇਸ਼ਨ ਟੈਕਨੋਲੋਜੀ ਜਿਹਨੂੰ ਆਪਾਂ ਕਹਿੰਦੇ ਆ, ਉਹ ਇੰਡਸਟਰੀ ਆ ਸਕੇ। ਪਿਛਲੇ 10 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਹੋਣਾ ਦਾ ਅੱਜ ਉਹਨਾਂ ਨੇ ਓਪਨਿੰਗ ਕੀਤੀ ਹੈ, 2 ਦਿਨਾਂ ਦੀ ਸਮਿਟ ਆ। ਉਹਨਾਂ ਦਾ ਦਾਅਵਾ ਕਿ ਅਸੀਂ ਲਗਭਗ 38,175 ਕਰੋੜ ਦੀ ਇਨਵੈਸਟਮੈਂਟ ਲੈ ਕੇ ਆਏ ਆ। ਵੈਸੇ ਵਿਜੇ ਜੀ ਇੱਕ ਗੱਲ ਹੋਰ ਆ, ਇਹ 5ਵੀਂ ਸਮਿਟ ਆ,
ਪਹਿਲਾਂ ਵੀ ਬਹੁਤ ਸਾਰੇ ਜਿਹੜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਜਿਹਨੂੰ ਅਸੀਂ MOU ਕਹਿ ਦਿੰਦੇ ਆ, ਉਹ ਸਾਈਨ ਤਾਂ ਹੁੰਦੇ ਆ ਪਰ ਕਈ ਵਾਰੀ ਇਨਵੈਸਟਮੈਂਟਸ ਨਹੀਂ ਹੁੰਦੀਆਂ। ਜਿਹੜਾ ਧਰਤੀ ਤੇ ਜਾਂ ਔਨ ਗਰਾਊਂਡ ਨਹੀਂ ਇਨਵੈਸਟਮੈਂਟਸ ਆਉਂਦੀਆਂ, ਉਹਦੀ ਵਾਹ ਜ਼ਰੂਰ ਖੱਟ ਲਈ ਜਾਂਦੀ ਹੈ, ਐਡਵਰਟਾਈਜ਼ਮੈਂਟਸ ਦੇ ਦਿੱਤੀਆਂ ਜਾਂਦੀਆਂ, ਇਹ ਜ਼ਰੂਰ ਹੁੰਦਾ। ਜੀ ਵਿਜੇ ਜੀ। ਮਨਪ੍ਰੀਤ ਰੰਧਾਵਾ ਜੀ, ਇਹ ਦੱਸਿਓ, ਗੌਤਮ ਅਡਾਨੀ ਦੀ ਜਿਹੜੀ ਕੰਪਨੀ ਦੇ ਸ਼ੇਅਰ ਨੇ ਉਹਨਾਂ ਦੇ ਵਿੱਚ ਅਜੇ ਵੀ ਵੱਡੀ ਗਿਰਾਵਟ ਆਉਣੀ ਜਾਰੀ ਹੈ ਤੇ ਜਿਹੜੀ LIC ਦੀ ਇਨਵੈਸਟਮੈਂਟ ਸੀ ਉਹ ਵੀ ਹੁਣ ਨੈਗੇਟਿਵ ਦੇ ਵਿੱਚ ਚਲੀ ਗਈ ਹੈ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੇਖੋ ਵਿਜੇ ਜੀ, ਦਰਅਸਲ ਗੱਲ ਕੀ ਹੈ ਕਿ ਜਦੋਂ ਤੋਂ ਲਗਭਗ ਹੁਣ ਤਾਂ 1 ਮਹੀਨਾ ਹੋ ਗਿਆ, 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਦੀ ਜਿਹੜੀ ਰਿਪੋਰਟ ਸੀ ਉਹ ਪਹਿਲੀ ਵਾਰੀ ਆਉਂਦੀ ਹੈ ਔਰ ਉਸ ਤੋਂ ਬਾਅਦ ਜਿੰਨੀਆਂ ਕੰਪਨੀਆਂ ਨੇ, ਲਗਭਗ 10 ਲਿਸਟਡ ਕੰਪਨੀਆਂ ਨੇ ਗੌਤਮ ਅਡਾਨੀ ਦੀਆਂ ਜੀ, ਔਰ ਉਹਨਾਂ ਦੇ ਸ਼ੇਅਰਾਂ ਦੇ ਵਿੱਚ ਲਗਾਤਾਰ ਜਿਹੜੇ ਉਹਨਾਂ ਦੇ ਸਟਾਕਸ ਆ ਉਹ ਥੱਲੇ ਜਾ ਰਹੇ ਨੇ, ਸ਼ੇਅਰਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕੱਲ ਬੀਤੇ ਬੁੱਧਵਾਰ ਨੂੰ ਇਹਨਾਂ ਦੇ ਸ਼ੇਅਰਸ ਦੇ ਵਿੱਚ ਜੋ ਗਿਰਾਵਟ ਦਰਜ ਕੀਤੀ ਗਈ ਹੈ, ਜੋ ਨੋਟ ਕੀਤੀ ਗਈ ਹੈ, ਉਹ 51,000 ਕਰੋੜ ਤੋਂ ਵੀ ਉੱਪਰ ਦਰਜ ਕੀਤੀ ਗਈ ਹੈ। ਸੋ ਲਗਭਗ ਜੇ ਤੁਸੀਂ ਦੇਖੋ ਇਹਨਾਂ ਦੇ ਸਟਾਕ ਸੀ ਉਹਨਾਂ ਦੇ ਵਿੱਚ 12.5 ਲੱਖ ਜਾਂ 13 ਲੱਖ ਕਰੋੜ ਦਾ ਜਿਹੜਾ ਇਹਨਾਂ ਦਾ ਮਾਰਕੀਟ ਕੈਪ ਜਿਹਨੂੰ ਅਸੀਂ ਕਹਿ ਦਿੰਦੇ ਆ, ਉਹਦੇ ਵਿੱਚ ਇੱਕ ਜਿਹੜਾ ਉਹ ਗਿਰਾਵਟ ਆ ਚੁੱਕੀ ਆ। ਹੁਣ ਜਿਹੜੀ ਲਾਈਫ ਇੰਸ਼ੋਰੈਂਸ ਦੀ ਗੱਲ ਆ, LIC, ਕਿਉਂਕਿ ਜਿਹੜੇ ਭਾਰਤ ਦੇ ਬਹੁਤ ਸਾਰੇ ਲੋਕ ਨੇ ਉਹ LIC ਦੇ ਵਿੱਚ ਇਨਵੈਸਟ ਕਰਦੇ ਨੇ। ਇਸੇ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ, SBI ਜਿਹਨੂੰ ਅਸੀਂ ਕਹਿ ਦਿੰਦੇ ਆ, ਉਹਨਾਂ ਨੇ ਵੀ ਇਹਦੇ ਵਿੱਚ ਉਹਨਾਂ ਦੇ ਜਿਹੜੇ ਨਿਵੇਸ਼ਕ ਨੇ ਜਾਂ ਜਿਨ੍ਹਾਂ ਦੇ ਅਕਾਊਂਟ ਹੋਲਡਰਸ ਨੇ ਉਹਨਾਂ ਦਾ ਵੀ ਧਨ ਇਹਦੇ ਵਿੱਚ ਲੱਗਾ ਹੋਇਆ। ਹੁਣ ਪਤਾ ਇਹ ਲੱਗਾ ਕਿ ਜਿਹੜੀ ਲੇਟੈਸਟ ਰਿਪੋਰਟ ਆਈ ਆ, ਤੁਸੀਂ ਚਾਹੇ ਫੋਰਬਸ ਦੀ ਰਿਪੋਰਟ ਲੈ ਲਓ, ਚਾਹੇ ਬਲੂਮਬਰਗ ਦੀ ਰਿਪੋਰਟ ਲੈ ਲਓ, ਉਹਦੇ ਵਿੱਚ ਇਹ ਗੱਲ, ਔਰ CNBC ਦੀ ਰਿਪੋਰਟ ਆਈ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ LIC ਦੇ ਸ਼ੇਅਰ ਮਾਰਕੀਟ ਆ ਉਹਦੇ ਵਿੱਚ 500 ਕਰੋੜ ਦੀ ਸਿੱਧੀ ਗਿਰਾਵਟ ਦਰਜ ਕੀਤੀ ਜਾ ਰਹੀ ਆ, ਜਿਹੜੀ ਕਿ ਕੱਲ ਤੱਕ 94 ਕਰੋੜ ਪ੍ਰੋਫਿਟ ਦੇ ਵਿੱਚ ਸੀ, ਉਹ 500 ਕਰੋੜ ਇੱਕ ਦਿਨ ਦੇ ਵਿੱਚ ਥੱਲੇ ਚਲੀ ਗਈ ਆ। ਔਰ ਇਹਨਾਂ ਦੀ ਜਿਹੜੀ ਗੌਤਮ ਅਡਾਨੀ ਦੀ ਰੈਂਕਿੰਗ ਸੀ, ਜੇ ਤੁਸੀਂ ਦੇਖੋ ਇਹਨਾਂ ਦੀ ਇੰਟਰਨੈਸ਼ਨਲ ਰੈਂਕਿੰਗ ਸੀ ਬਤੌਰ ਰਿਚੈਸਟ ਪਰਸਨ, ਜਿਹੜੇ ਪਹਿਲੇ ਅਮੀਰ ਨੇ, ਉਹ ਦੂਸਰੇ ਨੰਬਰ ਤੋਂ ਹੁਣ 27ਵੇਂ ਤੋਂ 29ਵੇਂ ਨੰਬਰ ਤੇ ਵੀ ਚਲੀ ਗਈ ਆ, ਲਗਭਗ 30ਵੇਂ ਸਥਾਨ ਤੇ ਚਲੀ ਗਈ ਆ। ਸੋ ਵਿਜੇ ਜੀ, ਸਭ ਤੋਂ ਵੱਡੀ ਜਿਹੜੀ ਗੱਲ ਉੱਭਰ ਕੇ ਆ ਰਹੀ ਹੈ ਕਿ ਭਾਰਤ ਸਰਕਾਰ ਇਸ ਉੱਤੇ ਚੁੱਪ ਆ, ਔਰ ਖਾਸ ਤੌਰ ਤੇ ਜਿਹੜੀਆਂ ਰੈਗੂਲੇਟਰੀ ਏਜੰਸੀਜ਼ ਨੇ, ਖਾਸ ਤੌਰ ਤੇ SEBI ਜਿਹਨੂੰ ਅਸੀਂ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਕਹਿੰਦੇ ਆ, ਉਹ ਵੀ ਚੁੱਪ ਆ ਔਰ ਇਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਔਰ ਇਸ ਕਰਕੇ ਜਿੰਨੇ ਇਹਨਾਂ ਦੇ ਸ਼ੇਅਰਸ ਨੇ ਉਹ ਲਗਾਤਾਰ ਥੱਲੇ ਜਾ ਰਹੇ ਨੇ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਰਿਹਾ। ਜੀ ਵਿਜੇ ਜੀ। ਅੱਛਾ, ਇਸੇ ਸੰਦਰਭ ਦੇ ਵਿੱਚ ਜਿਹੜੇ ਇੱਕ ਕਾਂਗਰਸ ਪਾਰਟੀ ਦੇ ਆਗੂ ਹੈਗੇ ਨੇ ਜੀ, ਪਵਨ ਖੇੜਾ, ਉਹਨਾਂ ਨੇ ਵੀ ਇੱਕ ਟਿੱਪਣੀ ਕਰਤੀ ਸੀ। ਉਹ ਟਿੱਪਣੀ ਕਰਕੇ ਉਹਨਾਂ ਨੂੰ ਅਰੈਸਟ ਵਗੈਰਾ ਕਰ ਲਿਆ ਗਿਆ, ਜਹਾਜ਼ ਤੋਂ ਪਹਿਲਾਂ ਉਤਾਰ ਲਿਆ ਗਿਆ ਸੀ। ਉਹ ਇੱਕ ਮੀਟਿੰਗ ਵਾਸਤੇ ਜਾ ਰਹੇ ਸੀ। ਉਹ ਮਾਮਲੇ ਦੇ ਵਿੱਚ ਕੀ ਹੋਇਆ ਜੀ, ਕੀ ਬਣਿਆ? ਦੇਖੋ ਵਿਜੇ ਜੀ, ਮਾਮਲੇ ਦਾ ਆਪਾਂ ਨੂੰ ਪਤਾ ਹੈ ਕਿ ਪਵਨ ਖੇੜਾ ਨੇ 17 ਫਰਵਰੀ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜੀ। ਉਹਨਾਂ ਦੇ ਨਾਲ ਰਣਦੀਪ ਸਿੰਘ ਸੁਰਜੇਵਾਲਾ, ਉਹ ਵੀ ਕਾਂਗਰਸ ਦੇ ਸੀਨੀਅਰ ਲੀਡਰ ਨੇ, ਉਹ ਬੈਠੇ ਸੀ। ਜਦੋਂ ਉਹ ਗੌਤਮ ਅਡਾਨੀ ਦੀ ਗੱਲ ਕਰ ਰਹੇ ਸੀ, ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗੌਤਮ ਅਡਾਨੀ ਦੀ ਨੇੜਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ। ਹਾਲਾਂਕਿ ਇਸ ਗੱਲ ਉੱਤੇ ਹਜੇ ਤੱਕ ਭਾਰਤ ਸਰਕਾਰ ਨੇ ਕੋਈ ਰਿਐਕਟ ਨਹੀਂ ਕੀਤਾ। ਜਦੋਂ ਇਹਨਾਂ ਦਾ ਪੂਰਾ ਨਾਮ ਲੈ ਰਹੇ ਸੀ, ਉਹ ਲੈ ਰਹੇ ਸੀ ਨਰਿੰਦਰ ਦਮੋਦਰ ਦਾਸ ਮੋਦੀ, ਉਹਨਾਂ ਦਾ ਪੂਰਾ ਨਾਮ ਆ, ਪਰ ਅਚਾਨਕ ਉਹ ਕਹਿ ਗਏ ਨਰਿੰਦਰ ਗੌਤਮ ਦਾਸ ਮੋਦੀ। ਅੱਛਾ, ਬਾਅਦ ਦੇ ਵਿੱਚ ਹੱਸ ਪਏ, ਉਹਨਾਂ ਨੂੰ ਲੱਗਾ ਕਿ ਇਹ ਟੰਗ ਇਨ ਚੀਕ ਰਿਮਾਰਕ ਆ। ਇਸ ਚੀਜ਼ ਨੂੰ ਲੈ ਕੇ ਅੱਜ ਉਹ ਰਾਏਪੁਰ ਦੇ ਵਿੱਚ ਕਾਂਗਰਸ ਦਾ 85ਵਾਂ ਇੱਕ ਕਾਨਫਰੰਸ ਹੋ ਰਹੀ ਹੈ, ਕਾਫੀ ਵੱਡੀ। ਉੱਥੇ ਇਹਨਾਂ ਦਾ ਜਹਾਜ਼ ਜਾ ਰਿਹਾ ਸੀ ਤੇ ਇਹਨਾਂ ਨੂੰ ਡੀਪਲੇਨ ਕਰ ਲਿਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸਾਮ ਤੋਂ ਪੁਲਿਸ ਆਉਂਦੀ ਆ, ਉੱਤਰ ਪ੍ਰਦੇਸ਼ ਤੋਂ ਪੁਲਿਸ ਆਉਂਦੀ ਆ, ਇਹਨਾਂ ਨੂੰ ਅਰੈਸਟ ਕਰਕੇ ਲੈ ਕੇ ਜਾਇਆ ਜਾ ਰਿਹਾ ਸੀ। ਜਦੋਂ ਐਨ ਮੌਕੇ ਤੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਦਿੱਤੀ ਗਈ ਔਰ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ, ਉਹਨਾਂ ਨੇ ਇਹ ਕੇਸ ਸੁਣਿਆ। ਔਰ ਵਿਜੇ ਜੀ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਬੜੀ ਤੇਜ਼ੀ ਦੇ ਨਾਲ, ਮੈਂ ਉਹੀ ਸੋਚ ਰਿਹਾ, 3 ਵਜੇ ਅੱਜ ਜੀ ਵਿਜੇ ਜੀ, ਉਹਨਾਂ ਨੇ 3 ਵਜੇ ਦੀ ਸੁਣਵਾਈ ਰੱਖ ਕੇ 10 ਮਿੰਟ ਦੇ ਅੰਦਰ ਅੰਦਰ ਇਹਨਾਂ ਨੂੰ ਇੰਟਰਿਮ ਰਿਲੀਫ, ਅੰਤਰਿਮ ਇੱਕ ਤਰ੍ਹਾਂ ਦਾ ਜ਼ਮਾਨਤ ਵੀ ਦੇ ਦਿੱਤੀ। ਔਰ ਉੱਤਰ ਪ੍ਰਦੇਸ਼ ਔਰ ਨਾਲ ਦੀ ਨਾਲ ਅਸਮ ਦੀ ਜਿਹੜੀ ਅਸਾਮ ਦੀ ਸਰਕਾਰ ਸੀ, ਉਹਨਾਂ ਦੀ ਪੁਲਿਸ ਨੂੰ ਨੋਟਿਸ ਵੀ ਕੱਢ ਦਿੱਤੇ। ਦਰਅਸਲ ਵਿਜੇ ਜੀ, ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮਾਹੌਲ ਬਣਿਆ, ਕੋਈ ਗਾਇਕ ਨੇ, ਕੋਈ ਜਰਨਲਿਸਟ ਨੇ, ਜਾਂ ਇਸ ਤਰ੍ਹਾਂ ਆਪੋਜੀਸ਼ਨ ਦੇ ਲੀਡਰ ਆ, ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਇਹਨਾਂ ਦਾ ਕਾਂਗਰਸ ਦਾ ਇੱਕ ਇਜਲਾਸ ਹੋ ਰਿਹਾ, ਉਸ ਤੋਂ ਪਹਿਲਾਂ ਵੀ 12 ਕਾਂਗਰਸੀਆਂ ਦੇ ED ਦੇ ਛਾਪੇ ਮਾਰ ਦਿੱਤੇ ਗਏ, ਐਨਫੋਰਸਮੈਂਟ ਡਾਇਰੈਕਟੋਰੇਟ ਦੇ। ਹੁਣ ਤੁਸੀਂ ਦੇਖੋ, ਮੈਂ ਇਹਦੇ ਵਿੱਚ ਜੇ ਉਹਨਾਂ ਨੇ ਟੰਗ ਇਨ ਚੀਕ ਇੱਕ ਰਿਮਾਰਕ ਦਿੱਤਾ, ਬਾਅਦ ਦੇ ਵਿੱਚ ਖੈਰ ਉਸੇ ਵਕਤ ਉਹਨਾਂ ਨੇ ਮਾਫੀ ਵੀ ਮੰਗ ਲਈ
ਕੋਈ ਐਡੀ ਵੱਡੀ ਗੱਲ ਨਹੀਂ ਸੀ ਕਿ ਇਹਦੇ ਵਿੱਚ ਘੱਟੋ ਘੱਟ 5-6 ਇਹੋ ਜਿਹੀਆਂ ਧਾਰਾਵਾਂ ਲਾ ਦਿੱਤੀਆਂ ਗਈਆਂ। 153 ਇਹ ਆਈਪੀਸੀ ਦੀ, ਇੰਡੀਅਨ ਪੀਨਲ ਕੋਡ ਦੀ ਉਹ ਹੁੰਦੀ ਆ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਜਾਂ ਦੋ ਧਰਮਾਂ ਦੇ ਵਿੱਚ ਐਨਿਮਿਟੀ ਫਲਾਉਣ ਦੀ ਕੋਈ ਕੋਸ਼ਿਸ਼ ਕਰੀ। 295 ਇਹ ਵੀ ਲਾ ਦਿੱਤੀ ਗਈ। ਔਰ ਹਜੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੈਡੀਸ਼ਨ ਕੇਸ ਆ ਉਹ ਸੁਪਰੀਮ ਕੋਰਟ ਨੇ ਸੈਡੀਸ਼ਨ ਦੀ ਜਿਹੜੀ ਧਾਰਾ ਉਹਨੂੰ ਵਾਪਸ ਲੈ ਲਿਆ। ਇਸ ਟਾਈਮ ਠੰਡੇ ਬਸਤੇ 'ਚ ਆ, ਨਹੀਂ ਤਾਂ ਹੋ ਸਕਦਾ ਉਹ ਵੀ ਲੱਗ ਜਾਂਦੀ ਆ। ਇਹ ਬੜੇ ਹੈਰਾਨੀ ਦੀ ਗੱਲ ਆ। ਤੇ ਮੈਨੂੰ ਕਈ ਵਾਰੀ ਫਿਰ ਅਮਰੀਕਾ ਦੀ ਉਹ ਐਗਜ਼ਾਮਪਲ ਯਾਦ ਆਉਂਦੀ ਹੁੰਦੀ ਆ। ਜੇਲ ਉਹਨਾਂ ਦਾ ਸ਼ੋਅ ਬੜਾ ਉੱਥੇ ਪਪੂਲਰ ਆ। ਉਹਦੇ ਵਿੱਚ ਇੱਕ ਕਮੇਡੀ ਨੇ ਇੱਕ ਵਾਰੀ ਉਹਨਾਂ ਨੂੰ ਐਰੰਗਟੌਨ ਕਹਿਤਾ ਸੀ ਤੇ ਉਹ ਕਾਫੀ ਜ਼ਿਆਦਾ ਉੱਥੇ ਮਾਮਲਾ ਭਖਿਆ ਸੀ। ਕਈ ਵਾਰੀ ਟੋਲਰੈਂਟ ਹੋਣਾ ਪੈਂਦਾ, ਕਈ ਵਾਰੀ ਲੈਂਪੂਨਿੰਗ ਹੁੰਦੀ ਆ, ਕਈ ਵਾਰੀ ਸਟਾਇਰ ਹੁੰਦਾ। ਇਹ ਸਾਰੀਆਂ ਚੀਜ਼ਾਂ ਲਈ ਕਿਤੇ ਨਾ ਕਿਤੇ ਟੋਲਰੈਂਸ ਵੀ ਚਾਹੀਦੀ ਆ। ਪਰ ਇਹਨਾਂ ਚੀਜ਼ਾਂ ਨੂੰ ਲੱਗਦਾ, ਔਰ ਇਸੇ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਵਿਜੇ ਜੀ ਉਹ ਬਹੁਤ ਕਹਿੰਦੀਆਂ ਨੇ ਕਿ ਭਾਰਤ ਦੇ ਵਿੱਚ ਲੋਕਤੰਤਰ, ਭਾਰਤ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਆ ਉਹ ਲਗਾਤਾਰ ਜਿਹੜਾ ਉਹਦਾ ਸਤਾਰਾ, ਉਹਦਾ ਪੱਧਰ ਆ ਉਹ ਡਿੱਗ ਰਿਹਾ। ਜੀ ਵਿਜੇ ਜੀ, ਕਈ ਵਾਰੀ ਸਲਿਪ ਆਫ ਟੰਗ ਵੀ ਹੋ ਜਾਂਦਾ। ਹੋ ਸਕਦਾ ਕਿ ਉਹਨਾਂ ਨੇ, ਜਿਵੇਂ ਤੁਸੀਂ ਕਿਹਾ ਨਾ ਵੀ ਉਹ ਟਿੱਪਣੀ ਕਰਕੇ ਹੱਸ ਪਏ ਸੀ, ਵੀ ਉਹਨਾਂ ਨੂੰ ਲੱਗਿਆ ਵੀ ਕਹਿਣਾ ਤੇ ਉਹਨਾਂ ਨੇ ਨਾਮ ਅਸਲ ਲੈਣਾ ਸੀ, ਪਰ ਕਹਿ ਦਿੱਤਾ ਗੌਤਮ ਦਾਸ ਮੋਦੀ ਤੇ ਪਰ ਚਲੋ ਖੈਰ। ਹੁਣ ਪਰ ਸੁਪਰੀਮ ਕੋਰਟ ਦੀ ਇੰਨੀ ਤੇਜ਼ ਕਾਰਵਾਈ ਉਹ ਜ਼ਰੂਰ ਹੈਰਾਨ ਕਰਨ ਵਾਲੀ ਆ। ਇਹ ਬੜਾ ਇੰਸਟੈਂਟ ਕੋਰਟ ਹੋ ਗਿਆ ਜੀ। ਇਹ ਤਾਂ ਨਾਮ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲੱਗਣੀ, ਉਹਦੇ ਉੱਪਰ ਸੁਣਵਾਈ ਹੋਣੀ, ਫੈਸਲਾ ਹੋਣਾ, ਇਹ ਤੇ ਸਾਲਾਂ ਬੱਧੀ ਦਹਾਕੇ ਲੱਗ ਜਾਂਦੇ ਨੇ ਕਈ ਵਾਰੀ। ਬਿਲਕੁਲ, ਇਹਨੂੰ ਬੜਾ ਅਰਜੈਂਟ ਮੈਟਰ ਬਣਾ ਕੇ ਉਸ ਟਾਈਮ ਜਦੋਂ ਡੀਵਾਈ ਚੰਦਰਚੂੜ ਭਾਰਤ ਦੇ ਚੀਫ ਜਸਟਿਸ ਉਸ ਟਾਈਮ ਕਿਸੇ ਹੋਰ ਮਾਮਲੇ ਦੀ ਸੁਣਵਾਈ ਕਰ ਰਹੇ ਸੀ ਔਰ ਇਮੀਡੀਏਟਲੀ ਅਭਿਸ਼ੇਕ ਮਨੂ ਸਿੰਘ ਵੀ ਇਹਨਾਂ ਦੇ ਲਾਇਰ ਸੀ। ਉਹ ਜਾ ਕੇ ਉੱਥੇ ਅਪੀਲ ਕਰਦੇ ਨੇ ਅਰਜ਼ੀ, ਔਰ 3 ਵਜੇ ਲੈ ਕੇ 10 ਮਿੰਟਾਂ ਦੇ ਵਿੱਚ ਫੈਸਲਾ ਕਰ ਦਿੰਦੇ ਨੇ। ਔਰ ਉਹਨਾਂ ਨੇ ਵੀ ਬਲਕਿ ਹੈਰਾਨੀ ਜਤਾਈ, ਕਹਿੰਦੇ ਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਸੀ, ਜਿਹੜੀਆਂ ਧਾਰਾਵਾਂ ਤੁਸੀਂ ਲਾਈਆਂ ਨੇ ਇਹ ਤਾਂ ਕਹਿੰਦੇ ਬੜੀਆਂ ਹੈਰਾਨ ਕਰਨ ਵਾਲੀਆਂ। ਹੁਣ ਵਿਜੇ ਜੀ ਉਹਨਾਂ ਨੇ ਸਾਰੀਆਂ FIRs ਯੂਪੀ ਸਰਕਾਰ ਦੀਆਂ ਤੇ ਅਸਾਮ ਜਿਹੜੀਆਂ ਸਰਕਾਰ ਨੇ ਜਾਂ ਪੁਲਿਸ ਨੇ ਦਰਜ ਕੀਤੀਆਂ ਉਹਨਾਂ ਨੂੰ ਕਲੱਬ ਕਰਕੇ ਹੁਣ ਉਹ ਕਹਿੰਦੇ ਕਿ ਆਉਣ ਵਾਲੇ ਮੰਗਲਵਾਰ ਦੇ ਵਿੱਚ ਤੁਸੀਂ ਇਹਦੀ ਸੁਣਵਾਈ ਕਰੋ। ਪਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਪੈਦਾ ਕਰਨਾ ਉਹ ਵਾਕਿਆ ਕਈ ਵਾਰੀ ਹੈਰਾਨ ਕਰਦਾ। ਜੀ ਵਿਜੇ ਜੀ।